आजादी के जश्न तो पहला देश भर के हाई अलर्ट, थां थां नाकेबंदी, वाहनों की की जा रही चैकिंग, पुलिस के बड़े अफसर भी खुद उतरे फील्ड। मुर्मू का राष्ट्र के नाम संबोधन किया, 75 सालों के असीं गरीबी ते अनपढ़ता दे नाल लड़ी लड़ाई, आत्म निर्भर भारत बनाने की कोशिश जारी। आजादी की 75वीं वर्षगांठ मौके लुधियाना दे विच होवेगा पंजाब का सरकारी समागम, मुख्यमंत्री भगवंत मान लुधियाना च लहराउणगे तिरंगा। पंजाब दे विच मोहल्ला क्लिनिक बन के तैयार, सोमवार को मुख्यमंत्री मान 75 मोहल्ला क्लिनिक की देणगे सौगात। न्यूज़ 18 ते बोले सेहत मंत्री, लोकां नूं देवांगे बेहतर सेहत सुविधावां। सीएम दे नाल मीटिंग तो बाद सीएम नाल मीटिंग के लिखती भरोसे तो बाद रोडवेज के कच्चे मुलाजमां ने मुलतवी की हड़ताल, मुख्यमंत्री के घेराव का प्रोग्राम भी मुलतवी। 15 अगस्त तो ड्यूटियां ते परतणगे सारे मुलाजम। 15 अगस्त तो पहला पंजाब पुलिस ने 4 दहशतगर्दां नूं कीता गिरफ्तार, 3 हैंड ग्रेनेड सने भारी मात्रा दे विच विस्फोटक बरामद। 4 दी पाकिस्तानी एजेंसी ISI दे नाल कनैक्शन भी आए सामने। सिद्धू मूसेवाला के पिता बलकौर सिंह का सनसनीखेज खुलासा, कहा कतल की कई कलाकारों ने रची साजिश, सिद्धू नूं भरा कहण वाले दोस्त ही बने उसके दुश्मन, वक्त आउण ते हर एक का नाम दा करांगा खुलासा। शगनप्रीत नूं लैके मूसेवाला के पिता ने तोड़ी चुप्पी, कहा शगनप्रीत कदे भी नहीं रहा मैनेजर, 4 सालों तो मेरे पुत नूं किया जा रहा सी परेशान। HSGPC प्रधान दादूवाल ने जथेदार नूं लिखी चिट्ठी, बादल परिवार के बहाने साधे तिखे निशाने, कहा बादल परिवार की पुस्तपनाही बंद करके पंथ की करो रहनुमाई, बंदी सिखां की रिहाई लई सांझा यतन करन दा जारी करो हुक्म। सत श्री अकाल, स्वागत है, गौरव शुक्ला मैं हां तुहाडे नाल। इस बुलेटिन का आगाज करन जा रहे हैं। सब तो पहला गल HSGPC ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੀ ਤੇ ਉਹਨਾਂ ਦੇ ਵੱਲੋਂ ਲਿਖੀ ਗਈ ਇੱਕ ਚਿੱਠੀ ਦੀ। ਦਾਦੂਵਾਲ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਇੱਕ ਚਿੱਠੀ ਲਿਖੀ ਗਈ ਹੈ। ਜੀ HSGPC ਪ੍ਰਧਾਨ ਨੇ ਜਥੇਦਾਰ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਨੇ ਬਾਦਲ ਪਰਿਵਾਰ ਦੇ ਉੱਤੇ ਨਿਸ਼ਾਨਾ ਸਾਧਿਆ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ, ਜਥੇਦਾਰ ਸਾਹਿਬ ਨੂੰ ਸੰਬੋਧਿਤ ਕਰਦੇ ਹੋਏ ਲਿਖ ਰਹੇ ਨੇ ਕਿ ਤੁਹਾਡੇ ਬਿਆਨ ਬਾਦਲ ਪਰਿਵਾਰ ਦੀ ਸੱਤਾ ਨੂੰ ਨਹੀਂ ਬਚਾ ਸਕਣਗੇ। ਤੁਹਾਡੇ ਵੱਲੋਂ ਬਾਦਲ ਪਰਿਵਾਰ ਨੂੰ ਪੰਥਕ ਬਣਾ ਕੇ ਸੱਤਾ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸਮੂਹ ਪੰਥ ਨੇ ਤੁਹਾਨੂੰ ਜਥੇਦਾਰ ਦੇ ਤੌਰ ਦੇ ਉੱਤੇ ਪ੍ਰਵਾਨ ਨਹੀਂ ਕੀਤਾ। ਅਹੁਦੇ ਦੀ ਅਹਿਮੀਅਤ ਸਮਝੋ, ਅਹੁਦੇ ਨੂੰ ਢਾਹ ਨਾ ਲਗਾਓ। ਇਸ ਤਰੀਕੇ ਦੇ ਬਿਆਨ ਇਸ ਚਿੱਠੀ ਦੇ ਜ਼ਰੀਏ ਦਾਦੂਵਾਲ ਦੇ ਵੱਲੋਂ ਲਿਖੇ ਗਏ ਨੇ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਬਾਦਲ ਪਰਿਵਾਰ ਦੀ ਪੁਸਤਪਨਾਹੀ ਛੱਡੋ, ਪੰਥ ਦੀ ਰਹਿਨੁਮਾਈ ਕਰੋ। ਨੌਜਵਾਨ ਸਿੱਖ ਵਿਰੋਧੀ ਏਜੰਸੀਆਂ ਦੇ ਹੱਥਾਂ ਦੇ ਵਿੱਚ ਆ ਰਹੇ ਨੇ, ਤਿਰੰਗਾ ਸਾੜਨ ਵਰਗੀਆਂ ਗਤੀਵਿਧੀਆਂ ਹੋ ਰਹੀਆਂ ਨੇ। ਏਜੰਸੀਆਂ ਨੌਜਵਾਨਾਂ ਨੂੰ ਜ਼ਿੰਦਗੀ ਦੇ ਅਸਲ ਮਕਸਦ ਤੋਂ ਭਟਕਾਉਣਾ ਚਾਹੁੰਦੀਆਂ ਨੇ। ਨੌਜਵਾਨਾਂ ਦੇ ਨਾਮ ਤੇ ਸੰਦੇਸ਼ ਜਾਰੀ ਕਰਕੇ ਨੌਜਵਾਨਾਂ ਦਾ ਰਾਹ ਦਸੇਰਾ ਬਣੋ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਸਾਂਝਾ ਯਤਨ ਕਰਨ ਦਾ ਹੁਕਮ ਵੀ ਜਾਰੀ ਕਰੋ। ਬਲਜੀਤ ਸਿੰਘ ਦਾਦੂਵਾਲ ਜਥੇਦਾਰ ਸਾਹਿਬ ਨੂੰ ਲਿਖੀ ਚਿੱਠੀ ਦੇ ਵਿੱਚ ਜ਼ਿਕਰ ਕਰਦੇ ਹੋਏ ਨਜ਼ਰ ਆ ਰਹੇ ਨੇ। ਵੱਖ-ਵੱਖ ਮੁੱਦੇ ਉਹਨਾਂ ਨੇ ਚੁੱਕੇ, ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧੇ। ਬਾਦਲ ਪਰਿਵਾਰ ਦੇ ਜ਼ਰੀਏ ਇੱਕ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਿਸ਼ਾਨੇ ਦੇ ਉੱਤੇ ਲਿਆ ਗਿਆ ਬਲਜੀਤ ਸਿੰਘ ਦਾਦੂਵਾਲ ਨੇ ਇਸ ਚਿੱਠੀ ਦੇ ਜ਼ਰੀਏ। ਤੇ ਨਾਲ ਹੀ ਇਹ ਵੀ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਮੁਹਿੰਮ ਦਾ ਜ਼ਿਕਰ ਹੋ ਰਿਹਾ ਹੈ, ਉਹ ਜਥੇਦਾਰ ਸਾਹਿਬ ਨੂੰ ਆਦੇਸ਼ ਜਾਰੀ ਕਰਨਾ ਚਾਹੀਦਾ ਹੈ ਕਿ ਸਾਂਝੇ ਤੌਰ ਦੇ ਉੱਤੇ ਕੋਸ਼ਿਸ਼ਾਂ ਹੋਣ, ਯਤਨ ਹੋਣ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕੇ। ਤਾਂ ਜਥੇਦਾਰ ਸਾਹਿਬ ਨੂੰ ਚਿੱਠੀ ਲਿਖੀ ਗਈ ਹੈ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਤੇ ਇਸ ਚਿੱਠੀ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਤੁਹਾਡੇ ਵੱਲੋਂ ਬਾਦਲ ਪਰਿਵਾਰ ਨੂੰ ਪੰਥਕ ਬਣਾ ਕੇ ਮੁੜ ਸੱਤਾ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਤੁਹਾਡੇ ਬਿਆਨ ਬਾਦਲਾਂ ਦੀ ਸੱਤਾ ਨੂੰ ਬਚਾ ਨਹੀਂ ਸਕਣਗੇ। ਪੂਰੇ ਪੰਥ ਨੇ ਤਾਂ ਤੁਹਾਨੂੰ ਪਹਿਲਾਂ ਹੀ ਪ੍ਰਵਾਨ ਨਹੀਂ ਕੀਤਾ। ਤੁਸੀਂ ਅਹੁਦੇ ਦੀ ਅਹਿਮੀਅਤ ਨੂੰ ਸਮਝੋ, ਅਹੁਦੇ ਨੂੰ ਢਾਹ ਨਾ ਲਗਾਓ। ਬਾਦਲ ਪਰਿਵਾਰ ਦੀ ਪੁਸਤਪਨਾਹੀ ਛੱਡ ਕੇ ਪੰਥ ਦੀ ਰਹਿਨੁਮਾਈ ਕਰੋ। ਬਾਦਲ ਪਰਿਵਾਰ ਨੂੰ ਪਰੇ ਰੱਖ ਕੇ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ। ਦਾਦੂਵਾਲ ਇਹ ਵੀ ਲਿਖਦੇ ਨੇ ਕਿ ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਸੰਸਥਾਵਾਂ ਨੂੰ ਸਾਂਝਾ ਯਤਨ ਕਰਨ ਦਾ ਹੁਕਮ ਜਾਰੀ ਕਰੋ। ਏਜੰਸੀਆਂ ਸਿੱਖ ਨੌਜਵਾਨਾਂ ਨੂੰ ਭਟਕਾ ਕੇ ਦੇਸ਼ ਵਿਰੋਧੀ ਸਰਗਰਮੀਆਂ ਕਰਵਾ ਕੇ ਅਸਲ ਮਕਸਦ ਤੋਂ ਭਟਕਾਉਣਾ ਚਾਹੁੰਦੀਆਂ ਨੇ। ਸਿੱਖ ਨੌਜਵਾਨਾਂ ਦੀ ਅਗਵਾਈ ਕਰੋ।
ਤਾਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਲਜੀਤ ਸਿੰਘ ਦਾਦੂਵਾਲ ਤੇ ਉਹਨਾਂ ਦੇ ਵੱਲੋਂ ਇਹ ਜ਼ਿਕਰ ਕੀਤਾ ਜਾ ਰਿਹਾ ਹੈ। ਉਹਨਾਂ ਦੇ ਵੱਲੋਂ ਜ਼ਿਕਰ ਕਰਦੇ ਹੋਏ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਪੁਸ਼ਤ ਪਨਾਹੀ ਬਾਦਲ ਪਰਿਵਾਰ ਦੀ ਨਾ ਕਰੋ। ਜਥੇਦਾਰ ਸਾਹਿਬ ਨੂੰ ਕਹਿ ਰਹੇ ਨੇ ਤੇ ਉਹ ਕਹਿ ਰਹੇ ਨੇ ਕਿ ਪੰਥ ਦੀ ਕੌਮ ਦੀ ਰਹਿਨੁਮਾਈ ਕਰੋ। ਤਾਂ ਇੱਕ ਤਰੀਕੇ ਨਾਲ ਬਾਦਲ ਪਰਿਵਾਰ ਦੇ ਉੱਤੇ ਵੀ ਨਿਸ਼ਾਨਾ ਹੈ ਤਾਂ ਦੂਜੇ ਪਾਸੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਕੌਮ ਦੀ ਅਗਵਾਈ ਕਰੋ, ਪੰਥ ਦੀ ਅਗਵਾਈ ਕਰੋ। ਜਿਸ ਤਰ੍ਹਾਂ ਬਾਦਲ ਪਰਿਵਾਰ ਨੂੰ ਸਰਵਾਈਵ ਕਰਨ ਤੇ ਤੁਸੀਂ ਲੱਗੇ ਹੋਏ, ਉਹਦੇ ਨਾਲ ਇਸ ਅਹੁਦੇ ਦਾ ਵੀ ਮਾਣ ਘਟਦਾ ਔਰ ਤੁਸੀਂ ਭਾਵੇਂ ਲੱਖ ਯਤਨ ਕਰ ਲਵੋ, ਹਾਲਾਤ ਇਹ ਬਣ ਗਏ। ਪੰਥ ਤੇ ਪੰਜਾਬ ਨੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ ਹੋਇਆ। ਜੇ ਸ਼੍ਰੋਮਣੀ ਸੰਸਥਾਵਾਂ ਨੂੰ ਬਚਾਉਣਾ ਹੈ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਤਾਂ ਜਿਸ ਤਰ੍ਹਾਂ ਸੁਹਿਰਦ ਸਿੱਖ ਜਿਹੜੇ ਸੁਹਿਰਦ ਆਗੂ ਨੇ ਇਸ ਵੇਲੇ ਬਾਦਲ ਪਰਿਵਾਰ ਦੀ ਛਤਰ ਛਾਇਆ ਚੋਂ ਬਾਹਰ ਆ ਰਹੇ ਨੇ ਤੇ ਉਹ ਇਹਨਾਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ ਔਰ ਉਹਨਾਂ ਦਾ ਸਾਥ ਜਿਹੜਾ ਉਹ ਦਿਓ। ਕੌਮ ਦੀ ਅਗਵਾਈ ਕਰੋ, ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਯਤਨ ਹੋਣ। ਤਾਂ ਬਲਜੀਤ ਸਿੰਘ ਦਾਦੂਵਾਲ ਕਹਿ ਰਹੇ ਨੇ ਕਿ ਸਾਂਝੇ ਯਤਨ ਹੋਣੇ ਚਾਹੀਦੇ ਆ। ਜਿਹੜੇ ਸਿੱਖਾਂ ਦੀ ਰਿਹਾਈ ਦਾ ਜ਼ਿਕਰ ਹੋ ਰਿਹਾ, ਬੰਦੀ ਸਿੱਖਾਂ ਦੀ ਰਿਹਾਈ ਦਾ ਜੋ ਜ਼ਿਕਰ ਹੋ ਰਿਹਾ ਜਾਂ ਯਤਨ ਕੀਤਾ ਜਾ ਰਿਹਾ, ਤਾਂ ਇਹ ਵੀ ਜਥੇਦਾਰ ਸਾਹਿਬ ਨੂੰ ਕਹਿੰਦੇ ਹੋਏ ਨਜ਼ਰ ਆਏ ਕਿ ਤੁਸੀਂ ਸਾਂਝੇ ਤੌਰ ਦੇ ਉੱਤੇ ਕੋਈ ਉਪਰਾਲਾ ਕੀਤਾ ਜਾਵੇ, ਇਸ ਨੂੰ ਲੈ ਕੇ ਹੁਕਮ ਜਾਰੀ ਕਰੋ। ਉੱਥੇ ਹੀ ਨੌਜਵਾਨਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਉਂਦੇ ਹੋਏ ਨਜ਼ਰ ਆਏ ਨੇ ਬਲਜੀਤ ਸਿੰਘ ਦਾਦੂਵਾਲ ਤੇ ਜ਼ਿਕਰ ਕੀਤਾ ਕਿ ਜਿਹੜੀਆਂ ਏਜੰਸੀਆਂ ਨੇ ਉਹ ਰਾਹ ਤੋਂ ਭਟਕਾਉਣਾ ਚਾਹੁੰਦੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ। ਇਸ ਕਰਕੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੇ ਨਾਮ ਸੰਦੇਸ਼ ਜਾਰੀ ਕਰਨ, ਉਹਨਾਂ ਦਾ ਰਾਹ ਦਸੇਰਾ ਬਣਨ, ਤਾਂ ਕਿ ਗਲਤ ਰਾਹ ਦੇ ਉੱਤੇ ਇਹ ਨੌਜਵਾਨ, ਪੰਜਾਬ ਦੇ ਸਿੱਖ ਕੌਮ ਦੇ ਨੌਜਵਾਨ ਗਲਤ ਰਾਹ ਦੇ ਉੱਤੇ ਨਾ ਤੁਰਨ। ਤਾਂ ਪੂਰੇ ਪੰਥ ਨੇ ਤੁਹਾਨੂੰ ਪਹਿਲਾਂ ਹੀ ਪ੍ਰਵਾਨ ਨਹੀਂ ਕੀਤਾ, ਇਹ ਵੀ ਕਿਹਾ ਗਿਆ ਤੇ ਕਿਹਾ ਕਿ ਤੁਸੀਂ ਅਹੁਦੇ ਦੀ ਅਹਿਮੀਅਤ ਨੂੰ ਸਮਝੋ, ਅਹੁਦੇ ਨੂੰ ਢਾਹ ਨਾ ਲਗਾਓ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ। ISI ਸਮਰਥਿਤ ਟੈਰਨ ਮੋਡਿਊਲ ਦਾ ਪਰਦਾਫਾਸ਼ ਹੋਇਆ। ਜਿਵੇਂ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਦਿੱਲੀ ਤੋਂ ਪੰਜਾਬ ਪੁਲਿਸ ਨੇ 4 ਸ਼ੱਕੀ ਕਾਬੂ ਕੀਤੇ ਨੇ। ਪੰਜਾਬ ਪੁਲਿਸ ਤੇ ਦਿੱਲੀ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਸੀ ਤੇ ਤੁਹਾਨੂੰ ਦੱਸ ਦਈਏ ਕਿ ਫੜੇ ਗਏ ਸ਼ੱਕੀਆਂ ਨੂੰ ਪੰਜਾਬ ਲਿਆਂਦਾ ਗਿਆ ਹੈ। ਦਿੱਲੀ ਦੇ ਛਾਵਲਾ ਇਲਾਕੇ ਤੋਂ ਇਹ ਗ੍ਰਿਫਤਾਰੀ ਹੋਈ ਹੈ ਤੇ ਨਾਲ ਹੀ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਤੇ ਜਿਹੜੇ ਗ੍ਰਿਫਤਾਰ ਹੋਏ ਨੇ ਸ਼ੱਕੀ ਦਹਿਸ਼ਤਗਰਦ, ਇਹਨਾਂ ਦੇ ਨਾਮ ਨੇ ਸੰਦੀਪ, ਦੀਪਕ, ਸਨੀ, ਵਿਪਿਨ। ਇਹ 4 ਨੇ ਮੋਗਾ ਦੇ ਇੱਕ ਕੇਸ ਦੇ ਵਿੱਚ ਵਾਂਟਡ ਸੀ, ਪੁਲਿਸ ਨੂੰ ਲੋੜੀਂਦੇ ਸੀ, ਦਿੱਲੀ ਦੇ ਵਿੱਚ ਲੁਕੇ ਹੋਏ ਸਨ। ਦਿੱਲੀ ਪੁਲਿਸ ਦੀ ਟੀਮ ਵੀ ਇਹਨਾਂ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ ਤੇ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਥਿਆਰਾਂ ਸਣੇ 15 ਅਗਸਤ ਦੇ ਮੌਕੇ, ਦੇਸ਼ ਦੀ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਜਦੋਂ ਪੂਰੇ ਦੇਸ਼ ਦੇ ਵਿੱਚ ਸੁਰੱਖਿਆ ਬਹੁਤ ਪੁਖਤਾ ਕੀਤੀ ਗਈ ਹੁੰਦੀ ਹੈ, ਤਾਂ ਇਹ ਦਿੱਲੀ ਦੇ ਵਿੱਚ ਕੀ ਕਰ ਰਹੇ ਸੀ। ਦੇਸ਼ ਦੀ ਰਾਜਧਾਨੀ ਹੈ ਦਿੱਲੀ ਔਰ ਸਭ ਤੋਂ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਅਹਿਮ ਪ੍ਰੋਗਰਾਮ ਹੁੰਦੇ ਨੇ 15 ਅਗਸਤ ਦੇ ਮੌਕੇ ਦੇ ਉੱਤੇ ਹੋਣ ਜਾਂ 26 ਜਨਵਰੀ ਦੇ ਮੌਕੇ ਦੇ ਉੱਤੇ ਹੋਣ, ਤਾਂ ਉਹ ਹੁੰਦੇ ਨੇ ਦਿੱਲੀ ਦੇ ਵਿੱਚ ਹੀ। ਲਾਲ ਕਿਲੇ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਸਵੇਰੇ ਝੰਡਾ ਫਹਿਰਾਉਣਗੇ ਤੇ ਉਸ ਤੋਂ ਪਹਿਲਾਂ ਇਹ ਗ੍ਰਿਫਤਾਰੀਆਂ ਹੋਣੀਆਂ ਲਾਜ਼ਮੀ ਤੌਰ ਤੇ ਕਈ ਸਵਾਲ ਖੜੇ ਕਰ ਰਹੀਆਂ ਨੇ। ਤਾਂ ISI ਸਮਰਥਿਤ ਟੈਰਰ ਮੋਡਿਊਲ ਦਾ ਪਰਦਾਫਾਸ਼ ਹੋਇਆ। 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਤੇ ਪੰਜਾਬ ਪੁਲਿਸ ਨੇ ਇਹ ਸਾਂਝਾ ਆਪਰੇਸ਼ਨ ਚਲਾਇਆ। ਦਿੱਲੀ ਦੇ ਛਾਵਲਾ ਇਲਾਕੇ ਤੋਂ ਇਹ ਗ੍ਰਿਫਤਾਰ ਕੀਤੇ ਗਏ ਨੇ। ਦਿੱਲੀ ਦੇ ਵਿੱਚ ਹੀ ਲੁਕੇ ਹੋਏ ਸੀ। 4 ਅੱਤਵਾਦੀ ਕੈਨੇਡਾ ਦੇ ਅਰਸ਼ ਡੱਲਾ ਦੇ ਸੰਪਰਕ ਦੇ ਵਿੱਚ ਸੀ। ਆਸਟ੍ਰੇਲੀਆ ਦੇ ਗੁਰਜੰਟ ਸਿੰਘ ਦੇ ਨਾਲ ਵੀ ਮੋਡਿਊਲ ਦਾ ਹਿੱਸਾ ਇਹਨਾਂ ਦਾ ਜੁੜ ਰਿਹਾ ਹੈ। ਤੇ ਇਹਨਾਂ ਤੋਂ ਜੋ ਬਰਾਮਦਗੀ ਹੋਈ ਹੈ, 3 ਹੈਂਡ ਗ੍ਰੇਨੇਡ ਬਰਾਮਦ ਕੀਤੇ ਗਏ ਨੇ ਇਹਨਾਂ ਤੋਂ, ਇੱਕ IED ਬਰਾਮਦ ਕੀਤਾ ਗਿਆ, 9 mm ਦੇ 2 ਪਿਸਟਲ ਬਰਾਮਦ ਕੀਤੇ ਗਏ ਨੇ। ਜੋ ਅਸੀਂ ਪਹਿਲਾਂ ਜ਼ਿਕਰ ਕੀਤਾ ਸੰਦੀਪ, ਦੀਪਕ, ਸਨੀ, ਵਿਪਿਨ ਇਹਨਾਂ ਦੇ ਨਾਮ ਨੇ। ਇੱਕ ਗ੍ਰਿਫਤਾਰੀ ਹੋਈ ਹੈ। ਦੀਪਕ ਸ਼ਰਮਾ ਪ੍ਰੀਤਨਗਰ ਮੋਗਾ ਦਾ ਰਹਿਣ ਵਾਲਾ ਹੈ। ਸੰਦੀਪ ਸਿੰਘ ਪਿੰਡ ਕੋਟ ਕਰੋੜ ਕਲਾਂ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਸਨੀ ਡਾਗਰ ਨਜ਼ਫਗੜ੍ਹ ਦਿੱਲੀ ਦਾ ਰਹਿਣ ਵਾਲਾ ਹੈ ਤੇ ਵਿਪਿਨ ਜਾਖੜ ਗੋਇਲਾ ਖੁਰਦ ਦਿੱਲੀ ਦਾ ਹੀ ਰਹਿਣ ਵਾਲਾ, ਯਾਨੀ ਕਿ 2 ਦਿੱਲੀ ਦੇ ਨਾਲ ਤਾਲੁਕ ਰੱਖਦੇ ਨੇ ਤੇ 2 ਪੰਜਾਬ ਦੇ ਨਾਲ। ਦੀਪਕ ਸ਼ਰਮਾ ਦਾ ਇਹ ਵੀ ਜ਼ਿਕਰ ਹੈ ਕਿ ਹਿਸਟਰੀ ਸ਼ੀਟਰ ਹੈ। ਪੁਲਿਸ ਨੂੰ ਮੋਗਾ ਦੇ ਵਿੱਚ 2 ਕੇਸਾਂ ਦੇ ਵਿੱਚ ਵਾਂਟਡ ਸੀ। ਸੰਦੀਪ ਹਾਲ ਹੀ ਦੇ ਵਿੱਚ ਦੁਬਈ ਤੋਂ ਵਾਪਸ ਆਇਆ। ਸੰਦੀਪ ਤੇ ਦੀਪਕ ਦੀ ਮਦਦ ਦੇ ਇਲਜ਼ਾਮ ਨੇ। ਸਨੀ ਡਾਗਰ ਜੇਲ੍ਹ ਦੇ ਵਿੱਚੋਂ ਪੈਰੋਲ ਦੇ ਉੱਤੇ ਬਾਹਰ ਆਇਆ। ਨੀਰਜ ਬਵਾਨਾ ਗੈਂਗ ਦਾ ਸਰਗਰਮ ਮੈਂਬਰ ਹੈ। ਤਾਂ ਤੁਹਾਨੂੰ ਦੱਸ ਦਈਏ ਕਤਲ, ਜ਼ਬਰੀ ਵਸੂਲੀ ਸਣੇ ਕਈ ਇਸ ਦੇ ਉੱਤੇ ਮਾਮਲੇ ਦਰਜ ਨੇ। ਉਧਰ ਵਿਪਨ ਤੇ ਮੁਲਜ਼ਮਾਂ ਨੂੰ ਵਿੱਤੀ ਮਦਦ ਦੇਣ ਦਾ ਵੀ ਇਲਜ਼ਾਮ ਹੈ। ਇੰਡੀਪੈਂਡੈਂਸ ਡੇ ਪੰਜਾਬ ਪੁਲਿਸ ਨੂੰ ਟੈਰਰਿਜ਼ਮ ਦੇ ਖਿਲਾਫ ਇੱਕ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ISI ਬੈਕਡ ਟੈਰਰ ਮੋਡਿਊਲ ਦੇ 4 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਦਿੱਲੀ ਤੋਂ ਵਿਦ ਦੀ ਹੈਲਪ ਆਫ ਦਿੱਲੀ ਪੁਲਿਸ। ਇਹਨਾਂ ਤੋਂ ਅਸੀਂ 2.5 ਕਿਲੋ ਦੀ ਇੱਕ IED ਮੈਗਨੇਟਿਕ IED ਜਿਸ ਦੇ ਵਿੱਚ 1.6 kg RDX ਹੈਗਾ, 3 हैंड ग्रेनेड्स एंड 2 पिस्टल्स रिकवर ਕੀਤੇ ਹਨ। ਇਹ ਕੈਨੇਡਾ ਬੇਸਡ ਅਰਸ਼ ਡੱਲਾ
ਅਤੇ ਆਸਟ੍ਰੇਲੀਆ ਬੇਸਡ ਗੁਰਜੰਟ ਸਿੰਘ ਇਸ ਮੋਡਿਊਲ ਦੇ ਹੈਂਡਲਰ ਸੀਗੇ। ਇਹਨਾਂ ਦੀ ਤਾਰਾਂ ਪਾਕਿਸਤਾਨ ਦੀ ISI ਨਾਲ ਜੁੜੀ ਸੀਗੀਆਂ ਤੇ ਫਰਦਰ ਇੰਟਰੋਗੇਸ਼ਨ ਇਜ਼ ਗੋਇੰਗ ਔਨ। ਮੋਰ ਡਿਸਕਲੋਜ਼ਰਸ ਐਂਡ ਸੀਜ਼ਰਸ ਆਰ ਲਾਈਕਲੀ। ਚੀਫ ਮਿਨਿਸਟਰ ਪੰਜਾਬ ਸਾਹਿਬ ਦਾ ਜਿਹੜਾ ਆਰਡਰ ਹੈਗਾ ਕਿ ਪੰਜਾਬ ਨੂੰ ਡਰੱਗ ਫ੍ਰੀ, ਕ੍ਰਾਈਮ ਫ੍ਰੀ, ਗੈਂਗਸਟਰਸ ਅਤੇ ਟੈਰਰਿਜ਼ਮ ਤੋਂ ਬਿਲਕੁਲ ਫ੍ਰੀ ਕਰ ਦੇਣਾ ਹੈ, ਉਸ ਦੇ ਨਕਸ਼ੇ ਕਦਮ ਤੇ ਹੀ ਅੱਗੇ ਚੱਲਦੇ ਹੋਏ ਪੰਜਾਬ ਪੁਲਿਸ ਨੇ ਇਹ ਸਫਲਤਾ ਹਾਸਿਲ ਕੀਤੀ ਹੈ। ਤਾਂ ਅਲਰਟ ਨੇ ਦੇਸ਼ ਦੀਆਂ ਏਜੰਸੀਆਂ, ਪੰਜਾਬ ਦੀ ਪੁਲਿਸ, ਦਿੱਲੀ ਦੀ ਪੁਲਿਸ। 15 ਅਗਸਤ ਦੇ ਮੌਕੇ ਦੇ ਉੱਤੇ ਪੁਖਤਾ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਨੇ। ਹੁਣ ਅੱਗੇ ਵਧਦੇ ਹਾਂ, 15 ਅਗਸਤ ਦੇ ਪ੍ਰੋਗਰਾਮ ਕੀ ਕੁਝ ਲਿਖੇ ਗਏ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। 15 ਅਗਸਤ ਦੇ ਦਿਨ ਵੱਖ-ਵੱਖ ਥਾਵਾਂ ਦੇ ਉੱਤੇ ਤਕਰੀਬਨ ਹਰ ਸ਼ਹਿਰ, ਕਸਬੇ, ਪਿੰਡ ਦੇ ਵਿੱਚ ਝੰਡੇ ਲਹਿਰਾਏ ਜਾਂਦੇ ਨੇ। ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਕਿੱਥੇ-ਕਿੱਥੇ ਕੌਣ-ਕੌਣ ਕਿਹੜਾ ਮੰਤਰੀ ਤਿਰੰਗਾ ਝੰਡਾ ਲਹਿਰਾਏਗਾ। ਮੁੱਖ ਮੰਤਰੀ ਭਗਵੰਤ ਮਾਨ ਸੂਬਾ ਪੱਧਰੀ ਸਮਾਗਮ ਜੋ ਲੁਧਿਆਣਾ ਦੇ ਵਿੱਚ ਹੋਣਾ, ਉੱਥੇ CM ਦੇ ਵੱਲੋਂ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਜਾਏਗੀ। ਪਹਿਲਾ ਮੌਕਾ ਹੋਏਗਾ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਤਿਰੰਗਾ ਝੰਡਾ ਫਹਿਰਾਉਣਗੇ। ਉੱਥੇ ਕੁਲਤਾਰ ਸਿੰਘ ਸੰਧਵਾ ਵਿਧਾਨ ਸਭਾ ਸਪੀਕਰ ਨੇ ਬਠਿੰਡਾ ਦੇ ਵਿੱਚ ਤਿਰੰਗਾ ਫਹਿਰਾਉਣਗੇ, ਜਦਕਿ ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਨੇ ਅੰਮ੍ਰਿਤਸਰ ਦੇ ਵਿੱਚ ਤਿਰੰਗਾ ਲਹਿਰਾਉਣਗੇ ਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਪਟਿਆਲਾ ਦੇ ਵਿੱਚ, ਕੈਬਨਿਟ ਮੰਤਰੀ ਮੀਤ ਹੇਅਰ ਤਰਨਤਾਰਨ ਦੇ ਵਿੱਚ ਤਿਰੰਗਾ ਝੰਡਾ ਲਹਿਰਾਉਣਗੇ। ਤਾਂ ਇਹ ਅਸੀਂ ਤੁਹਾਨੂੰ ਨਾਮ ਦੱਸਿਆ, ਹੋਰ ਵੀ ਦੱਸਦੇ ਹਾਂ ਕਿ ਕਿਹੜਾ ਮੰਤਰੀ ਕਿੱਥੇ ਹੋਏਗਾ ਕੱਲ। ਤੇ ਉਸ ਤੋਂ ਬਾਅਦ ਕੈਬਨਿਟ ਮੰਤਰੀ ਬਲਜੀਤ ਕੌਰ ਮਾਨਸਾ ਦੇ ਵਿੱਚ ਤਿਰੰਗਾ ਲਹਿਰਾਉਣਗੇ। ਕੈਬਨਿਟ ਮੰਤਰੀ ਹਰਭਜਨ ਸਿੰਘ ETO ਫਿਰੋਜ਼ਪੁਰ ਦੇ ਵਿੱਚ, ਲਾਲਚੰਦ ਕਟਾਰੂ ਚੱਕ ਮੋਗਾ ਦੇ ਵਿੱਚ, ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਨੇ ਗੁਰਦਾਸਪੁਰ ਦੇ ਵਿੱਚ ਹੋਣਗੇ, ਤਿਰੰਗਾ ਉੱਥੇ ਫਹਿਰਾਉਣਗੇ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸੰਗਰੂਰ ਦੇ ਵਿੱਚ ਤਿਰੰਗਾ ਝੰਡਾ ਫਹਿਰਾਉਣਗੇ। ਅਗਲੇ ਮੰਤਰੀਆਂ ਦਾ ਅਸੀਂ ਜ਼ਿਕਰ ਕਰੀਏ, ਬ੍ਰਹਮ ਸ਼ੰਕਰ ਜਿੰਪਾ ਮੋਹਾਲੀ ਦੇ ਵਿੱਚ ਤਿਰੰਗਾ ਝੰਡਾ ਫਹਿਰਾਉਣਗੇ, ਜਦਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਹੁਸ਼ਿਆਰਪੁਰ ਦੇ ਵਿੱਚ ਤਿਰੰਗਾ ਝੰਡਾ ਫਹਿਰਾਉਣ ਦੀ ਰਸਮ ਅਦਾ ਕਰਨਗੇ। ਫਤਿਹਗੜ੍ਹ ਸਾਹਿਬ ਦੇ ਵਿੱਚ ਹੋਣਗੇ ਕੈਬਨਿਟ ਮੰਤਰੀ ਅਮਨ ਅਰੋੜਾ। ਉੱਥੇ ਇੰਦਰਬੀਰ ਸਿੰਘ ਨਿੱਜਰ ਜਲੰਧਰ ਦੇ ਵਿੱਚ ਹੋਣਗੇ। ਫੌਜਾ ਸਿੰਘ ਸਰਾਰੀ ਫਰੀਦਕੋਟ ਦੇ ਵਿੱਚ ਤਿਰੰਗਾ ਝੰਡਾ ਫਹਿਰਾਉਣਗੇ, ਜਦਕਿ ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਬਰਨਾਲਾ ਦੇ ਵਿੱਚ ਤਿਰੰਗਾ ਝੰਡਾ ਫਹਿਰਾਉਣਗੇ। ਉੱਥੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਮੋਹਾਲੀ ਦੇ ਵਿੱਚ ਹੀ ਤਿਰੰਗਾ ਝੰਡਾ ਲਹਿਰਾਉਣਗੇ। ਤਾਂ 15 ਅਗਸਤ ਦਾ ਇੰਤਜ਼ਾਰ ਹੈ। ਦੇਸ਼ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਤੇ ਇਸ ਵਿਚਾਲੇ ਇੰਤਜ਼ਾਰ ਪੰਜਾਬੀਆਂ ਨੂੰ ਇਸ ਕਰਕੇ ਵੀ ਹੈ ਕਿਉਂਕਿ 15 ਅਗਸਤ ਦੇ ਦਿਨ ਪੰਜਾਬ ਨੂੰ ਮਿਲਣ ਜਾ ਰਹੇ ਨੇ ਮੁਹੱਲਾ ਕਲੀਨਿਕ। ਜਿਹਾਂ ਸੋਮਵਾਰ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਜਾਂ ਮੁਹੱਲਾ ਕਲੀਨਿਕ ਸ਼ੁਰੂ ਹੋ ਰਹੇ ਨੇ, ਜਿੱਥੇ ਸੂਬੇ ਦੇ ਲੋਕਾਂ ਦਾ ਮੁਫਤ ਦੇ ਵਿੱਚ ਇਲਾਜ ਹੋਵੇਗਾ। ਨਾ ਦਵਾਈਆਂ ਤੇ ਖਰਚਾ ਤੇ ਨਾ ਹੀ ਟੈਸਟ ਦੇ ਲਈ ਕੋਈ ਪੈਸਾ ਦੇਣਾ ਹੋਵੇਗਾ। ਦੇਸ਼ ਦਾ 75ਵਾਂ ਆਜ਼ਾਦੀ ਦਿਵਸ ਪੰਜਾਬ ਦੇ ਲੋਕਾਂ ਲਈ ਖਾਸ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਕਲੀਨਿਕ ਦੀ ਸੌਗਾਤ ਮਿਲਣ ਜਾ ਰਹੀ ਹੈ। ਇਹ ਸੌਗਾਤ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ। ਪੰਜਾਬ ਦੇ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਦੇ ਲਈ ਹਸਪਤਾਲਾਂ ਦੇ ਵਿੱਚ ਨਹੀਂ ਜਾਣਾ ਪਵੇਗਾ ਕਿਉਂਕਿ ਮੁਹੱਲਾ ਕਲੀਨਿਕਾਂ ਦੇ ਵਿੱਚ ਹੀ ਇਲਾਜ ਮਿਲ ਜਾਵੇਗਾ ਤੇ ਉਹ ਵੀ ਮੁਫਤ ਵਿੱਚ। ਦਵਾਈਆਂ ਦਾ ਵੀ ਕੋਈ ਪੈਸਾ ਨਹੀਂ ਲੱਗੇਗਾ ਤੇ ਟੈਸਟ ਤੱਕ ਮੁਫਤ ਹੋਣਗੇ। 15 ਅਗਸਤ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ 75 ਆਮ ਆਦਮੀ ਕਲੀਨਿਕ ਹੈ ਜਿਹੜੇ ਉਹ ਦੇਣ ਜਾ ਰਹੇ ਹਾਂ, ਜਿਸ ਦੇ ਵਿੱਚ ਚੰਗਾ ਸੋਹਣਾ ਇਲਾਜ ਹੈ ਜਿਹੜਾ ਔਰ ਸਸਤਾ ਇਲਾਜ ਹੈ ਜਿਹੜਾ ਅਸੀਂ ਮੰਨ ਇਹ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਇਹਦਾ ਸਮਾਂ ਹੋਊਗਾ ਔਰ ਜਿਹੜੇ 41 ਤਰ੍ਹਾਂ ਦੇ ਟੈਸਟ ਇੱਥੇ ਕੀਤੇ ਜਾਣਗੇ ਔਰ 75 ਦੇ ਆਸ-ਪਾਸ ਜਿਹੜੀਆਂ ਹੈਗੀਆਂ ਦਵਾਈਆਂ ਉਹ ਇੱਥੋਂ ਜਿਹੜੀਆਂ ਉਪਲਬਧ ਹੋਣਗੀਆਂ ਔਰ ਇਹ ਸਾਰਾ ਪ੍ਰਬੰਧ ਹੈ ਜਿਹੜਾ ਉਹ ਮੁਕੰਮਲ ਕਰ ਲਿਆ ਗਿਆ ਹੈ। ਮੁਹੱਲਾ ਕਲੀਨਿਕ ਬਣ ਕੇ ਤਿਆਰ ਨੇ ਜਿੱਥੇ ਆ ਕੇ ਮਰੀਜ਼ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾਏਗਾ ਤੇ ਫਿਰ ਉਸ ਨੂੰ ਟੋਕਨ ਦਿੱਤਾ ਜਾਵੇਗਾ ਤੇ ਆਪਣਾ ਨੰਬਰ ਆਉਣ ਤੇ ਹੀ ਮਰੀਜ਼ ਡਾਕਟਰ ਦੇ ਕੋਲ ਜਾਵੇਗਾ ਤੇ ਦਵਾਈ ਵੀ ਇੱਥੋਂ ਹੀ ਮਿਲੇਗੀ। ਬਾਹਰ ਤੋਂ ਮਰੀਜ਼ ਆਏਗਾ, ਇੱਥੇ ਕਲੀਨਿਕਲ ਅਸਿਸਟੈਂਟ ਨਾਮ ਦੀ ਪੋਸਟ ਕ੍ਰੀਏਟ ਕੀਤੀ ਗਈ ਹੈ, ਉਹ ਬੈਠੇਗਾ, ਆਨਲਾਈਨ ਰਜਿਸਟ੍ਰੇਸ਼ਨ ਹੋਏਗੀ, ਟੈਬ ਪ੍ਰੋਵਾਈਡ ਕਰ ਦਿੱਤੇ ਗਏ ਆ। ਇਸ ਤੋਂ ਬਾਅਦ ਆਨਲਾਈਨ ਰਜਿਸਟ੍ਰੇਸ਼ਨ ਘਰੋਂ ਕਰਨੀ ਹੋਏਗੀ ਜਾਂ ਇੱਥੇ ਹੋ ਜਾਏਗੀ। ਉਹ ਪ੍ਰੀ ਰਜਿਸਟ੍ਰੇਸ਼ਨ ਦਾ ਪ੍ਰੋਵੀਜ਼ਨ ਹਲੇ ਲੇਟਰ ਔਨ ਸ਼ੁਰੂ ਹੋਏਗਾ, ਇੱਥੇ ਆ ਕੇ ਕਰਾਉਣੀ ਹੋਏਗੀ ਪਰ ਹੋਏਗੀ ਆਨਲਾਈਨ। ਭਾਵੇਂ ਇਹਨਾਂ ਕਲੀਨਿਕਾਂ ਦੇ ਵਿੱਚ ਮਰੀਜ਼ਾਂ ਨੂੰ ਇਲਾਜ ਮਿਲੇਗਾ ਪਰ ਜੇ ਕੋਈ ਗੰਭੀਰ ਹੋਇਆ ਤਾਂ ਉਸ ਨੂੰ ਵੱਡੇ ਹਸਪਤਾਲ ਦੇ ਵਿੱਚ ਰੈਫਰ ਵੀ ਕੀਤਾ ਜਾਵੇਗਾ। मेन फोकस तो प्राइमरी हेल्थ केयर है कि जो भी वॉक इन पेशेंट है एटलीस्ट हम प्राइमरी हेल्थ केयर उसको सबसे पहले दें। फिर अगर लगेगा कि हमारी रेंज के बियॉन्ड है पेशेंट की कॉम्प्लिकेशन देन वी कैन रेफर इट टू द स्टेट हॉस्पिटल लाइक सिविल हॉस्पिटल मोहाली। आजादी दिवस मौके पहले पड़ाव के तहत सूबे ਦੇ ਵਿੱਚ 75 ਆਮ ਆਦਮੀ ਕਲੀਨਿਕ ਸ਼ੁਰੂ ਹੋ ਜਾਣਗੇ। ਕਰੀਬ 41 ਤਰ੍ਹਾਂ ਦੇ ਟੈਸਟ ਹੋਣਗੇ ਤੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਜਿਨ੍ਹਾਂ ਲਈ ਮਰੀਜ਼ ਦਾ ਕੋਈ ਵੀ ਖਰਚਾ ਨਹੀਂ ਹੋਵੇਗਾ
ਗਰਮੀਆਂ ਦੇ ਵਿੱਚ ਇਹ ਕਲੀਨਿਕ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਖੁੱਲਣਗੇ, ਜਦਕਿ ਸਰਦੀਆਂ ਦੇ ਵਿੱਚ ਇਹ ਸਮਾਂ 9 ਤੋਂ 3 ਵਜੇ ਤੱਕ ਹੋਵੇਗਾ। ਮੋਹਾਲੀ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਮੁਹੱਲਾ ਕਲੀਨਿਕਸ ਦਾ ਇੰਤਜ਼ਾਰ ਹੈ। 15 ਅਗਸਤ ਆਜ਼ਾਦੀ ਦਿਹਾੜੇ ਦੇ ਮੌਕੇ ਉੱਤੇ 75 ਦੇ ਕਰੀਬ ਮੁਹੱਲਾ ਕਲੀਨਿਕਸ ਪੰਜਾਬੀਆਂ ਨੂੰ ਮਿਲਣ ਜਾ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ ਗੱਲ ਬੱਸਾਂ ਦੀ। ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਨੇ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। 18 ਅਗਸਤ ਨੂੰ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਣ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਹੜਤਾਲ ਵਾਪਸ ਲੈਣ ਦਾ ਮੁਲਤਵੀ ਕਰਨ ਦਾ ਫੈਸਲਾ ਲਿਆ। ਬਰਾਬਰ ਕੰਮ, ਬਰਾਬਰ ਤਨਖਾਹ ਅਤੇ ਪੱਕੇ ਕਰਨ ਦੀਆਂ ਮੰਗਾਂ ਨੂੰ ਲੈ ਕੇ ਰੋਡਵੇਜ਼ ਨੂੰ ਫਿਰ ਬ੍ਰੇਕਾਂ ਲੱਗੀਆਂ। ਪੀਆਰਟੀਸੀ ਦੇ 9 ਜਦਕਿ ਪੰਜਾਬ ਰੋਡਵੇਜ਼ ਦੇ 18 ਡਿਪੂਆਂ ਦੇ ਸੈਂਕੜੇ ਕੱਚੇ ਮੁਲਾਜ਼ਮਾਂ ਨੇ ਐਤਵਾਰ ਨੂੰ ਹੜਤਾਲ ਕੀਤੀ, ਜਿਸ ਕਾਰਨ ਪੰਜਾਬ ਦੀਆਂ ਸੜਕਾਂ ਤੋਂ ਕਰੀਬ 2200 ਬੱਸਾਂ 14 ਅਗਸਤ ਨੂੰ ਨਿਰਧਾਰਤ ਰਹੀਆਂ। ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ? ਕੱਲ੍ਹ ਹੀ ਵਿਰੋਧ ਕਰ ਰਹੇ ਹੋ। ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਾਂ, ਪਰ ਸਮੇਂ-ਸਮੇਂ ਤੇ ਸਰਕਾਰਾਂ ਸਾਡੇ ਨਾਲ ਲਾਰੇ ਲਾਉਂਦੀਆਂ ਆਈਆਂ। ਪਰ ਜਿੱਥੇ ਸਾਡੇ ਵਿਭਾਗ ਦੇ ਵਿੱਚ ਸਿੱਧੇ ਤੌਰ ਤੇ ਨਿੱਜੀਕਰਨ ਲੈ ਕੇ ਆ ਰਹੀਆਂ ਸਰਕਾਰਾਂ, ਜਿਵੇਂ ਸਾਡਾ ਟਰਾਂਸਪੋਰਟ ਦਾ ਵਿਭਾਗ ਆ ਪਨਬੱਸ ਪੀਆਰਟੀਸੀ ਦਾ, ਜਿੱਥੇ ਸਰਕਾਰ ਨੇ ਕਿਲੋਮੀਟਰ ਬੱਸਾਂ ਦੀ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਆ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਮੁਨਾਫਾ ਦੇਣ ਜਾ ਰਹੇ ਆ। ਦੂਜੇ ਪਾਸੇ ਆਊਟਸੋਰਸ ਤੇ ਭਰਤੀ ਸ਼ੁਰੂ ਕੀਤੀ ਆ, ਜਿਹਦਾ ਅਸੀਂ ਸਖਤ ਵਿਰੋਧ ਕਰਦੇ ਹਾਂ। ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਜਲਦੀ ਤੋਂ ਜਲਦੀ ਧਿਆਨ ਦੇਣ, ਤਾਂ ਮੁਲਾਜ਼ਮਾਂ ਦੇ ਮੰਗਾਂ ਵੱਲ ਧਿਆਨ ਦੇਣ ਸਰਕਾਰ, ਤਾਂ ਕਿ ਇਹ ਤਿੱਖਾ ਪ੍ਰਦਰਸ਼ਨ ਨਾ ਕਰ ਸਕਣ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਸੀ ਕਿ ਉਹ ਲੰਮੇ ਸਮੇਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੇ ਨੇ, ਪਰ ਸ਼ਾਇਦ ਉਹਨਾਂ ਦੀਆਂ ਮੰਗਾਂ ਸਰਕਾਰਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀਆਂ। ਉਹਨਾਂ ਕਿਹਾ ਹੈ ਕਿ ਉਹ ਪਹਿਲਾਂ ਵੀ ਕਈ ਵਾਰ ਹੜਤਾਲਾਂ ਕਰ ਚੁੱਕੇ ਨੇ, ਪਰ ਹਰ ਵਾਰ ਉਹਨਾਂ ਨੂੰ ਮੰਗਾਂ ਜਲਦ ਹੱਲ ਕਰਨ ਦਾ ਭਰੋਸਾ ਦੇ ਕੇ ਧਰਨੇ ਖਤਮ ਕਰਵਾ ਦਿੱਤੇ ਜਾਂਦੇ ਨੇ। ਜੋ ਸਾਡੇ ਕੋਲ ਮਹਿਕਮੇ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾ ਰਹੇ ਆ, ਉਹਦਾ ਅਸੀਂ ਵਿਰੋਧ ਕਰ ਰਹੇ ਆ। ਔਰ ਜਿਹੜੇ ਸਾਡੇ ਆਊਟਸੋਰਸਿੰਗ ਤੇ ਸਾਥੀ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਹਾਲ ਕੀਤਾ ਜਾਵੇ, ਤੇ ਜਿਹੜੀਆਂ ਸਾਡੇ ਰਿਪੋਰਟਾਂ ਵਾਲੇ ਸਾਥੀ ਹੈ ਉਹਨਾਂ ਨੂੰ ਵੀ ਸਾਡਾ ਲਿਆ ਜਾਵੇ। ਤੇ ਸਰਕਾਰ ਜਿਹੜੇ ਅੱਜ ਤੋਂ 15 ਦੇ ਵਿੱਚ ਸਾਡੀ ਭਰਤੀ ਹੋਈ ਸੀ ਕੰਟਰੈਕਟ ਤੇ, ਉਹ ਹਰ ਇੱਕ ਜਿੱਦਾਂ ਹਰਿਆਣੇ ਦੇ ਵਿੱਚ ਜਾਂ ਹਿਮਾਚਲ ਦੇ ਵਿੱਚ ਹੈ, ਉਹ 2 ਸਾਲ ਦਾ ਪੀਰੀਅਡ ਹੈ। 2 ਸਾਲ ਦੇ ਵਿੱਚ ਹਰ ਇੱਕ ਮਹਿਕਮੇ ਦੇ ਵਿੱਚ ਉਹ ਰੈਗੂਲਰ ਕੀਤਾ ਜਾਂਦਾ। ਸਾਨੂੰ 7 ਸਾਲ ਹੋ ਗਏ ਪਨਬੱਸ ਦੇ ਵਿੱਚ ਕੱਚਾ ਕੰਮ ਆ ਜੋ ਕੰਮ ਕਰ ਰਿਹਾ, ਸਾਨੂੰ ਕਿਸੇ ਨੂੰ ਵੀ ਰੈਗੂਲਰ ਨਹੀਂ ਕਰ ਰਹੀ। ਉਧਰ ਧਰਨੇ ਕਾਰਨ ਸਵਾਰੀਆਂ ਬੱਸ ਅੱਡਿਆਂ ਤੇ ਖੱਜਲ ਹੁੰਦੀਆਂ ਰਹੀਆਂ। ਔਰਤਾਂ ਬੱਸਾਂ ਬੰਦ ਹੋਣ ਨੂੰ ਲੈ ਕੇ ਰੋਸ 'ਚ ਨਜ਼ਰ ਆਈਆਂ। ਉਹਨਾਂ ਕਿਹਾ ਹੈ ਕਿ ਉਹ ਮੁਫਤ ਸਫ਼ਰ ਦੀ ਆਸ ਲੈ ਕੇ ਆਈਆਂ ਸੀ, ਪਰ ਹੁਣ ਉਹਨਾਂ ਨੂੰ ਮੋਟਾ ਕਿਰਾਇਆ ਅਦਾ ਕਰਨਾ ਪੈ ਰਿਹਾ ਹੈ। ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ। ਕਿੰਨਾ ਸਮਾਂ ਹੋ ਗਿਆ ਤੁਹਾਨੂੰ? 2.5-3 ਘੰਟੇ ਹੋ ਗਏ ਨੇ ਆਇਆਂ ਨੂੰ। ਜੇ ਕਿਵੇਂ ਦੇਖਦੇ ਹੋ? ਇੰਨੀ ਗਰਮੀ ਆ ਤਾਂ ਆਮ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਨੇ? ਬਹੁਤ ਜ਼ਿਆਦਾ ਹੋ ਰਹੇ ਆ। ਕਿੰਨਾ ਸਮਾਂ ਹੋ ਗਿਆ ਤੁਹਾਨੂੰ ਖੜਿਆਂ ਨੂੰ? ਸਵੇਰ 9 ਵਜੇ ਦੇ ਖੜੇ ਆ ਜੀ ਇਸ ਤਾਂ। ਕਿੰਨੇ ਕੁ ਪਰੇਸ਼ਾਨੀ ਆ ਰਹੀ ਆ? ਬਹੁਤ ਜੀ ਬਹੁਤ, ਬੱਚਿਆਂ ਨੂੰ ਛੱਡ ਕੇ ਆਏ, ਜ਼ਰੂਰੀ ਕੰਮ ਹੈ, ਬਹੁਤ ਹੈਰਾਨ ਹੋ ਜੀ। ਕਿੰਨਾ ਕਿੱਥੇ ਜਾਣਾ ਤੁਸੀਂ? ਅਸੀਂ ਬਠਿੰਡੇ ਜਾਣਾ ਜੀ। ਕਿੰਨਾ ਸਮਾਂ ਹੋ ਗਿਆ ਇੱਥੇ ਖੜਿਆਂ ਨੂੰ? ਸਾਨੂੰ 2 ਘੰਟੇ ਹੋ ਗਏ ਜੀ। ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਤੁਹਾਨੂੰ? ਬਹੁਤ ਜ਼ਿਆਦਾ ਆ ਰਹੀ ਹੈ। ਹਾਲਾਂਕਿ ਸ਼ਾਮ ਹੁੰਦਿਆਂ ਬੱਸਾਂ ਦੀਆਂ ਬ੍ਰੇਕਾਂ ਖੁੱਲੀਆਂ ਅਤੇ ਬ੍ਰੇਕ ਲੱਗੀ ਹੜਤਾਲ ਨੂੰ। ਕੱਚੇ ਮੁਲਾਜ਼ਮਾਂ ਨੇ ਸਰਕਾਰ ਤੋਂ ਮਿਲੇ ਭਰੋਸੇ ਤੋਂ ਬਾਅਦ 3 ਦਿਨ ਚੱਲਣ ਵਾਲੀ ਹੜਤਾਲ ਮੁਲਤਵੀ ਕਰ ਦਿੱਤੀ। ਦੱਸਦੇ ਕਿ ਹੜਤਾਲ ਕਾਰਨ ਲਗਜ਼ਰੀ ਬੱਸਾਂ ਦੀ ਐਡਵਾਂਸ ਬੁਕਿੰਗ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ, ਜਦਕਿ ਦਿੱਲੀ 에ਅਰਪੋਰਟ ਜਾਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਵੀ 3 ਦਿਨ ਬੰਦ ਰੱਖਣ ਦਾ ਐਲਾਨ ਹੋਇਆ ਸੀ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਪਟਿਆਲਾ ਤੋਂ ਮਨੋਜ ਸ਼ਰਮਾ ਅਤੇ ਜਲੰਧਰ ਤੋਂ ਸੁਰਿੰਦਰ ਕੰਬੋਜ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਸਿੱਧੂ ਮੂਸੇਵਾਲਾ ਦੀ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਕਰੀਬ 2.5 ਮਹੀਨੇ ਲੰਘ ਚੁੱਕੇ ਨੇ, ਪਰ ਕਤਲ ਅਜੇ ਵੀ ਗੁੱਥੀ ਬਣਿਆ ਹੋਇਆ ਹੈ। ਇਸ ਵਿਚਾਲੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਕਈ ਵੱਡੇ ਖੁਲਾਸੇ ਕੀਤੇ ਨੇ। ਪਿਤਾ ਬਲਕੌਰ ਸਿੰਘ ਨੇ ਕਈ ਕਲਾਕਾਰਾਂ ਦੇ ਉੱਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ ਨੇ। ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਦਿਨ ਐਤਵਾਰ ਅਤੇ ਹੁਣ ਕਰੀਬ 2.5 ਮਹੀਨੇ ਬਾਅਦ ਐਤਵਾਰ ਦੇ ਹੀ ਦਿਨ ਮੂਸੇਵਾਲਾ ਦੇ ਪਿਤਾ ਦੀ ਟੁੱਟੀ ਚੁੱਪੀ ਨੇ ਕਈ ਵੱਡੇ ਰਾਜ਼ਾਂ ਤੋਂ ਪਰਦਾ ਚੁੱਕ ਦਿੱਤਾ ਹੈ।
ਹੁਣ ਤੱਕ ਜਿਸ ਮੂਸੇਵਾਲਾ ਦੇ ਕਤਲ ਲਈ ਸਿਰਫ ਗੈਂਗਸਟਰਵਾਦ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਸੀ, ਉਸੇ ਮੂਸੇਵਾਲਾ ਦੇ ਕਤਲ 'ਚ ਹੁਣ ਕੁਝ ਗਾਇਕਾਂ ਅਤੇ ਉਸ ਦੇ ਕਰੀਬੀਆਂ ਦਾ ਨਾਮ ਬੋਲਿਆ। ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਸਿੱਧੂ ਦੇ ਕਰੀਬੀਆਂ ਨੇ ਹੀ ਉਸ ਦੇ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ ਉਸ ਦੇ ਭਰਾ ਬਣੇ ਗਾਇਕਾਂ ਨੇ ਹੀ ਉਸ ਨੂੰ ਮਾਰ ਦਿੱਤਾ ਹੈ। ਉਹਨੂੰ ਨਹੀਂ ਪਤਾ ਲੱਗਿਆ ਵੀ ਜਿਹੜੇ ਤੇਰੇ ਭਰਾ ਬਣੇ ਹੋਏ ਨੇ ਹੁਣ ਇਹੀ ਭਰਾ ਤੇਰੇ ਕੱਲ ਨੂੰ ਦੁਸ਼ਮਣ ਵੀ ਬਣਨਗੇ, ਜਿਨ੍ਹਾਂ ਦੇ ਮੈਂ ਤੁਹਾਡੇ ਕੋਲ ਨਾਮ ਵੀ ਲਵਾਂਗਾ। ਸਮਾਂ ਆਉਣ ਦਿਓ ਥੋੜਾ ਜਿਹਾ, ਥੋੜੇ ਦਿਨਾਂ ਦੀ ਗੱਲ ਹੈ, ਸਭ ਕੁਝ ਕਲੀਅਰ ਕਰੂੰਗਾ ਕਿਹਨੇ ਕੀ ਕੀਤਾ। ਬਲਕੌਰ ਸਿੰਘ ਨੇ ਨਾ ਸਿਰਫ ਗਾਇਕਾਂ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾਏ, ਸਗੋਂ ਉਹਨਾਂ ਗਾਇਕਾਂ ਨੂੰ ਚੈਲੰਜ ਵੀ ਕੀਤਾ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਹੈ ਕਿ ਹੁਣ ਜਦੋਂ ਸਿੱਧੂ ਨਹੀਂ ਰਿਹਾ ਤਾਂ ਹੁਣ ਉਹ ਗਾਇਕ ਹਿੱਟ ਹੋ ਕੇ ਦਿਖਾ ਦੇਣ। ਬਲਕੌਰ ਸਿੰਘ ਮੁਤਾਬਕ ਸਿੱਧੂ ਮੂਸੇਵਾਲੇ ਦੀਆਂ ਅਣਗਿਣਤ ਲਿਖਤਾਂ ਉਹਨਾਂ ਕੋਲ ਪਈਆਂ ਨੇ ਅਤੇ ਉਹ ਕਰੀਬ 10 ਸਾਲ ਇਹਨਾਂ ਗੀਤਾਂ ਨੂੰ ਰਿਲੀਜ਼ ਕਰਦੇ ਰਹਿਣਗੇ। ਔਰ ਉਹਦੇ ਗਾਣੇ ਹੁਣ ਤਾਂ ਸਿੱਧੂ ਨੂੰ 3 ਮਹੀਨੇ ਜਾਣ ਗਏ ਨੂੰ ਵੀ ਹੋ ਗਏ, ਹੁਣ ਚਲਾ ਕੇ ਦੇਖ ਲਓ ਹੁਣ ਤੁਹਾਡੇ ਕਿੰਨੇ ਕੁ ਚੱਲਦੇ। ਤੁਸੀਂ ਤਾਂ ਪਾਸੇ ਗਿਣੀ ਮਤੀ ਸਾਜ਼ਿਸ਼ਾਂ ਕਰਤਾ ਕਈ ਕਲਾਕਾਰਾਂ ਨੇ। ਹੁਣ ਤਾਂ ਮੈਦਾਨ ਵਿਹਲਾ, ਹੁਣ ਤਾਂ ਬੇਟਾ ਗਿਆ, ਹਲੇ ਸਿੱਧੂ 10 ਸਾਲ ਜਾਊਗਾ ਘੱਟੋ ਘੱਟ। ਇਸ ਤੋਂ ਇਲਾਵਾ ਬਲਕੌਰ ਸਿੰਘ ਨੇ ਸ਼ਗਨਪ੍ਰੀਤ ਤੇ ਵੀ ਚੁੱਪੀ ਤੋੜੀ ਹੈ। ਉਹਨਾਂ ਕਿਹਾ ਹੈ ਕਿ ਸ਼ਗਨਪ੍ਰੀਤ ਕਦੇ ਵੀ ਮੂਸੇਵਾਲਾ ਦਾ ਮੈਨੇਜਰ ਨਹੀਂ ਰਿਹਾ। ਉਹਨਾਂ ਕਿਹਾ ਹੈ ਕਿ ਘੱਟ ਉਮਰ 'ਚ ਤਰੱਕੀ ਮਿਲਣ ਕਾਰਨ ਹੀ ਸਿੱਧੂ ਨੂੰ ਪਿਛਲੇ 4 ਸਾਲ ਤੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਹੁਣ ਸ਼ਗਨਪ੍ਰੀਤ ਦੇ ਉੱਤੇ ਗੱਲ ਆਉਂਦੀ ਹੈ। ਸ਼ਗਨਪ੍ਰੀਤ ਸਿੱਧੂ ਨੂੰ 1 ਸਾਲ ਪਹਿਲਾਂ ਤੋਂ ਜਾਣਨ ਲੱਗਿਆ, ਹੌਲੀ ਹੌਲੀ ਜਾਣ ਪਹਿਚਾਣ ਜੋ ਹੋਗੀ, ਉਹ 1-2 ਸ਼ੋਆਂ ਤੇ ਵੀ ਨਾਲ ਚਲਾ ਗਿਆ ਤਾਂ ਉਹਨੂੰ ਸਾਡਾ ਮੈਨੇਜਰ ਬਣਾਤਾ। ਜਦਕਿ ਸਾਡਾ ਮੈਨੇਜਰ ਅੱਜ ਵੀ ਆਫੀਸ਼ੀਅਲ ਦੇ ਬੰਟੀ ਬੈਂਸ ਹੈ ਔਰ ਪਿਛਲੇ 4-5 ਸਾਲ ਤੋਂ ਉਹੀ ਬੰਦਾ ਕੰਮ ਦੇਖ ਰਿਹਾ ਸੀ। ਹੁਣ ਜਦੋਂ ਇਲਜ਼ਾਮ ਕਰੀਬੀਆਂ ਤੇ ਲੱਗੇ ਨੇ ਤਾਂ ਕੌਣ ਨੇ ਉਹ ਕਰੀਬੀ ਅਤੇ ਕਿਹੜੇ ਨੇ ਉਹ ਗਾਇਕ ਜਿਨ੍ਹਾਂ ਦਾ ਹੁੱਕਾ ਪਾਣੀ ਸਿੱਧੂ ਨੇ ਬੰਦ ਕਰਵਾ ਦਿੱਤਾ ਸੀ। ਖੈਰ ਹੁਣ ਮੂਸੇਵਾਲਾ ਦੇ ਪਿਤਾ ਦੇ ਇਹਨਾਂ ਬਿਆਨਾਂ ਨੇ ਕਤਲ ਦੇ ਮਾਮਲੇ ਨੂੰ ਨਵਾਂ ਮੋੜ ਜ਼ਰੂਰ ਦੇ ਦਿੱਤਾ ਹੈ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18 ਪੰਜਾਬ। सवाल जरूर खड़े हो गए ने कि आखिर कौन ने जो सिद्धू तो सड़दे सी, कौन ने जिन्होंने सिद्धू के खिलाफ साजिश रच दी कि जेडे गैंगस्टरां दा नाम सामने आया हुण तक, जिन्हां दा एनकाउंटर हो गया या गिरफ्तार हो गए, कि पूरी कहानी उत्थों तक ही सीमित है या फिर इस दे पिछे कोई बहुत वड्डी साजिश कड़ी गई। अगली खबर का रुख करते हैं अमृतसर के छहरट तो एक दुकानदार की गुंडागर्दी देखने को मिली। एक गरीब प्रवासी की रेहड़ी तोड़ दी गई। तस्वीरां CCTV दे विच कैद हो गई। ਤਸਵੀਰਾਂ 'ਚ ਡੰਡਿਆਂ ਦੇ ਨਾਲ ਰੇੜੀ ਨੂੰ ਤੋੜਿਆ ਜਾ ਰਿਹਾ ਹੈ। ਬੇਸ਼ੱਕ ਰਾਤ ਦਾ ਹਨੇਰਾ ਸੀ ਪਰ ਰੇੜੀ 'ਚ ਹੀ ਲੱਗੇ CCTV ਕੈਮਰੇ 'ਚ ਗੁੰਡਾਗਰਦੀ ਕੈਦ ਹੋਈ ਹੈ। ਗੁੰਡਾਗਰਦੀ ਦੇ ਇਲਜ਼ਾਮ ਦੁਕਾਨ ਮਾਲਕ ਪਵਨ ਬੈਲ ਤੇ ਉਸ ਦੇ ਪੁੱਤਰ ਤੇ ਲੱਗੇ ਨੇ। ਮਸਲਾ ਦੁਕਾਨ ਦੇ ਨੇੜੇ ਆਈਸਕ੍ਰੀਮ ਦੀ ਰੇੜੀ ਖੜੀ ਕਰਨ ਦਾ ਹੈ। ਰੇੜੀ ਗਰੀਬ ਪ੍ਰਵਾਸੀ ਦੀ ਹੈ ਜਿਸ ਨੇ ਪਿਛਲੇ ਲੰਬੇ ਸਮੇਂ ਤੋਂ ਸ਼ੁਰੂ ਹੋਏ ਇਸ ਵਿਵਾਦ ਬਾਰੇ ਦੱਸਿਆ। ਪਿਓ ਮੁੰਡਾ ਆਇਆ, ਪਹਿਲਾਂ ਪਿਓ ਆਇਆ, ਕਹਿੰਦਾ ਗੱਡੀ ਗਾਂ ਲੈ ਜਾ, ਮੈਂ ਇੱਥੇ ਦੇਖਣਾ ਨਹੀਂ ਚਾਹੁੰਦਾ ਗੱਡੀ। ਇਹਨਾਂ ਦਾ ਨਾਮ ਕੀ ਹੈ? ਉਹਨਾਂ ਦਾ ਪਵਨ ਬੈਲ ਹੈ ਪਿਓ ਦਾ ਨਾਂ, ਤੇ ਮੁੰਡੇ ਦਾ ਨਾਂ ਮੰਨੂ ਬੈਲ। ਤੇ ਕਿੰਨਾ ਕੁ ਜਿਹੜਾ ਨੁਕਸਾਨ ਹੈ ਤੁਹਾਡੀ ਗੱਡੀ ਦਾ? ਭਾਜੀ ਮੇਰਾ 50-55 ਹਜ਼ਾਰ ਦਾ ਨੁਕਸਾਨ ਕਰਤਾ ਸਾਰਾ। DVR ਤੋੜਤਾ, ਕੈਮਰੇ ਤੋੜਤੇ, ਨਾਲ ਨਗਦ ਕੇਸ ਸੀ ਉਹ ਵੀ ਲੈ ਗਏ। 7-8 ਹਜ਼ਾਰ ਰੁਪਏ ਗੱਲੇ 'ਚ ਲੱਭਿਆ ਨਹੀਂ। ਗਰੀਬ ਪ੍ਰਵਾਸੀ ਦਾ ਇਲਜ਼ਾਮ ਹੈ ਕਿ ਦੋਹਾਂ ਪਿਓ ਪੁੱਤਾਂ ਦੇ ਵੱਲੋਂ ਉਸ ਨਾਲ ਸਿਰਫ ਕੁੱਟਮਾਰ ਨਹੀਂ ਕੀਤੀ ਗਈ ਬਲਕਿ ਰੇੜੀ ਵੀ ਤੋੜ ਦਿੱਤੀ ਗਈ। ਤੇ ਇੰਨਾ ਹੀ ਨਹੀਂ, ਗੱਲੇ ਦੇ ਵਿੱਚ 7 ਤੋਂ 8 ਹਜ਼ਾਰ ਰੁਪਏ ਸਨ, ਉਹ ਵੀ ਗਾਇਬ ਨੇ ਤੇ ਕੈਮਰਿਆਂ ਸਮੇਤ DVR ਵੀ ਲੈ ਗਏ। ਬੈਲ ਸਵੀਟ ਦੀ ਦੁਕਾਨ ਤੋਂ ਅਗਲੇ ਬੰਨੇ ਅਮਰ ਟੈਂਟ ਦੀ ਦੁਕਾਨ ਦੇ ਬਾਹਰ ਗੱਡੀ ਲਾਣ ਡਿਆ ਵਾ। ਕਿਸ ਚੀਜ਼ ਦੀ? ਆਈਸਕ੍ਰੀਮ ਦੀ, ਫਲੂਦਾ ਆਈਸਕ੍ਰੀਮ ਰੇੜੀ ਵਾਲਾ ਗੱਡੀ ਲਾਣ ਡਿਆ ਮੈਂ। ਤੇ ਮਗਰ ਬੈਲ ਸਵੀਟ ਵਾਲਾ ਮੇਰੇ ਨਾਲ ਪਹਿਲਾਂ ਵੀ ਬੜੀ ਵਾਰੀ ਵੇਰਿਆ ਹੈ ਤੇ ਮੈਨੂੰ ਪਹਿਲਾਂ ਵੀ ਕੋਟਪੰਦ ਕੀਤੀ, ਤੋੜਪੰਜ ਕੀਤੀ ਹੈ। ਤੇ ਬੈਲ ਸਵੀਟ ਕਿੱਥੇ ਕਰਕੇ ਗਈ? ਉਹ ਮੇਰੇ ਇੱਕ ਦੁਕਾਨ ਛੱਡ ਕੇ ਨਾਲ ਹੀ ਹੈਗੀ। ਛਾਟੇ ਦੇ ਵਿੱਚ ਹੀ? ਛਾਟੇ 'ਚ ਇੱਕ ਦੁਕਾਨ ਛੱਡ ਕੇ ਨਾਲ ਹੀ ਹੈਗੀ। ਅੱਛਾ ਜੀ। ਤੇ ਉਹਨੇ ਮੇਰੀ ਤੋਂ ਰਾਤੀ ਵੀ ਆਇਆ ਫਿਰ, ਤੇ ਮੈਨੂੰ ਦੋਵੇਂ ਪਿਓ ਪੁੱਤ ਕੁੱਟਿਆ ਵੀ ਬੜਾ ਹੈ ਤੇ ਮੇਰੀ ਗੱਡੀ ਸਾਰੀ ਤੋੜਤੀ, ਕੈਮਰੇ ਵੀ ਤੋੜਤੇ, DVR ਵੀ ਤੋੜਤਾ, ਗੱਲੇ 'ਚ 7-8 ਹਜ਼ਾਰ ਰੁਪਇਆ ਉਹ ਵੀ ਗਾਇਬ ਹੋ ਗਿਆ, ਉਹ ਵੀ ਨਹੀਂ ਲੱਭਿਆ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਪੁਲਿਸ ਦੇਰੀ ਨਾਲ ਪਹੁੰਚੀ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਪੀੜਤ ਨੇ ਇਨਸਾਫ ਮੰਗਿਆ।
ਤੇ ਪੁਲਿਸ ਨੇ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਹੈ। ਪੁਲਿਸ ਅੱਧੇ ਘੰਟੇ ਬਾਅਦ ਆਈ ਹੈ। ਫਿਰ ਕਹਿੰਦੇ ਚੌਂਕੀ ਜਾ ਕੇ ਰਿਪੋਰਟ ਲਿਖਾਓ। ਫਿਰ ਚੌਂਕੀ ਜਾ ਕੇ ਰਿਪੋਰਟ ਲਿਖਾ ਕੇ ਆਏ। ਗੱਡੀ ਚੌਂਕੀ ਲੈ ਗਏ, ਫਿਰ ਲੈ ਗਏ। ਹੁਣ ਫੜਿਆ ਕੋਈ ਬੰਦਾ ਉਹਨਾਂ ਨੇ ਕਿ ਨਹੀਂ? ਕੋਈ ਨਹੀਂ ਫੜਿਆ। ਕਹਿੰਦੇ ਸਵੇਰੇ ਗਿਆ ਸੀ, ਕਹਿੰਦੇ ਫੋਨ ਆ ਜਾਊਗਾ ਤੁਹਾਨੂੰ। ਹਲੇ ਮੈਨੂੰ ਕੋਈ ਫੋਨ ਨਹੀਂ ਆਇਆ, ਕੋਈ ਕਾਰਵਾਈ ਨਹੀਂ। ਮੈਂ ਗਰੀਬ ਬੰਦਾ, ਆਪਣਾ ਰੋਟੀ ਪਾਲਣ ਡਿਆ, ਬੱਚੇ ਪਾਲਣ ਡਿਆ, ਤੇ ਮੇਰਾ ਇਹਨੂੰ ਹਿਸਾਬ ਚਾਹੀਦਾ, ਮੈਨੂੰ ਹਿਸਾਬ ਦਿਵਾਓ। ਤਾਂ ਉਧਰ ਇਲਜ਼ਾਮਾਂ ਦੇ ਵਿੱਚ ਘਿਰੇ ਦੁਕਾਨ ਮਾਲਿਕ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਰੋਡ ਦੇ ਨਾਲ ਹਮਲਾ ਕੀਤਾ ਸੀ, ਜਿਸ ਤੇ ਉਹਨਾਂ ਜਵਾਬ ਦੇ ਵਿੱਚ ਕਾਰਵਾਈ ਕੀਤੀ। ਉਹਨੇ ਮੇਰੇ ਰਾਡਾਂ ਮਾਰੀਆਂ। ਪਹਿਲਾਂ ਉਹਨੇ ਰਾਡ ਕੱਢੀ ਹੈ, ਝਗੜਾ ਹੋਇਆ ਮੇਰਾ, ਤੂੰ ਮੈਂ ਹੋਈ ਹੈ। ਫਿਰ ਥੋਕੀ ਮੇਰੇ ਨਾਲ ਪੈ ਗਿਆ ਉਹ। ਫਿਰ ਜੋ ਮੈਂ ਫੜਿਆ, ਫਿਰ ਉਹਨੇ ਰਾਡਾਂ ਉਹਦੇ ਸਾਲੇ ਨੇ ਰਾਡਾਂ ਕੱਢੀਆਂ ਗੱਡੀ ਵਿੱਚੋਂ। ਰਾਡਾਂ ਨਾਲ ਮੇਰੇ ਹਮਲਾ ਕੀਤਾ। ਦੰਦ ਵੀ ਮੇਰਾ ਤੋੜਿਆ, ਦੰਦ ਤੋੜਿਆ। ਆ ਨੀਲ ਪਏ ਮੇਰੇ, ਆਹ ਵੇਖੋ। ਤੇ ਗੋਡੇ ਗਾਡੇ ਮੇਰੇ ਸਾਰੇ ਛਿੱਲੇ ਆ। ਪਜਾਮਾ ਮੇਰਾ ਸਾਰਾ ਲਿਬੜਿਆ ਪਿਆ, ਵੇਖੋ ਤੁਸੀਂ ਯਾਰ। ਹਾਂਜੀ, ਜਿਹੜੀ ਉਹਨਾਂ ਦੀ ਗੱਡੀ ਭੰਨੀ। ਹਾਂਜੀ, ਜਦੋਂ ਰਾਡਾਂ ਕੱਢੀਆਂ, ਜਦੋਂ ਮੈਂ ਡੰਡਾ ਫੜ ਕੇ ਗਿਆ ਅਗਲੇ ਬੰਨੇ, ਤੇ ਉਹ ਫਿਰ ਭੱਜ ਗਏ। ਦੁਕਾਨ ਮਾਲਿਕ ਖੁਦ ਭੰਨਤੋੜ ਮੰਨ ਰਿਹਾ ਹੈ। ਹੁਣ ਵੇਖਣਾ ਹੋਏਗਾ ਕਿ ਪੁਲਿਸ ਆਪਣੇ ਐਂਡ ਤੇ ਕੀ ਮਸਲਾ ਸੁਲਝਾਉਂਦੀ ਹੈ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਨਵੇਂ ਵੀਸੀ ਮਿਲ ਗਏ ਨੇ। ਜਿਹਾਂ ਡਾਕਟਰ ਰਾਜ ਬਹਾਦਰ ਨੇ ਅਸਤੀਫਾ ਦਿੱਤਾ ਸੀ ਤੇ ਹੁਣ ਡਾਕਟਰ ਅਵਨੀਸ਼ ਕੁਮਾਰ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਕਾਰਜਕਾਰੀ ਵੀਸੀ ਦੇ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਣ ਤੋਂ ਪਹਿਲਾਂ ਡਾਕਟਰ ਅਵਨੀਸ਼ ਕੁਮਾਰ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ। ਡਾਕਟਰ ਰਾਜ ਬਹਾਦਰ ਦੇ ਅਸਤੀਫੇ ਤੋਂ ਬਾਅਦ ਨਵੇਂ ਵੀਸੀ ਦੀ ਨਿਯੁਕਤੀ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਅਵਨੀਸ਼ ਕੁਮਾਰ ਨੂੰ ਕਾਰਜਕਾਰੀ ਵੀਸੀ ਦੇ ਤੌਰ ਦੇ ਉੱਤੇ ਜ਼ਿੰਮੇਵਾਰੀ ਸੌਂਪੀ ਹੈ। ਕਾਬਿਲੇ ਗੌਰ ਹੈ ਕਿ ਪਿਛਲੇ ਦਿਨੀ ਸਿਹਤ ਮੰਤਰੀ ਪਹੁੰਚੇ ਸੀ ਫਰੀਦਕੋਟ। ਉੱਥੇ ਗੱਦਿਆਂ ਦੀ ਹਾਲਤ ਖਰਾਬ ਦੇਖਣ ਤੋਂ ਬਾਅਦ ਉਹਨਾਂ ਨੇ ਜੋ ਉਸ ਸਮੇਂ ਦੇ ਤਤਕਾਲੀ ਵੀਸੀ ਸੀ ਡਾਕਟਰ ਰਾਜ ਬਹਾਦਰ, ਉਹਨਾਂ ਨੂੰ ਗੰਦੇ ਗੱਦੇ ਦੇ ਉੱਤੇ ਲੇਟਣ ਦੇ ਲਈ ਕਹਿ ਦਿੱਤਾ ਸੀ। ਵੀਸੀ ਉੱਥੇ ਲੇਟ ਵੀ ਗਏ, ਪਰ ਬਾਅਦ ਦੇ ਵਿੱਚ ਉਹ ਬਹੁਤ ਵਿਵਾਦ ਦੀ ਵਜ੍ਹਾ ਬਣ ਗਈ ਤੇ ਥੋੜੀ ਦੇਰ ਬਾਅਦ ਡਾਕਟਰ ਰਾਜ ਬਹਾਦਰ ਨੇ ਵੀਸੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਖੈਰ, ਖਾਸੇ ਸਮੇਂ ਬਾਅਦ, ਕਈ ਦਿਨਾਂ ਬਾਅਦ ਰਾਜ ਬਹਾਦਰ ਦਾ ਅਸਤੀਫਾ ਮਨਜ਼ੂਰ ਹੋ ਗਿਆ ਤੇ ਡਾਕਟਰ ਅਵਨੀਸ਼ ਕੁਮਾਰ ਨੂੰ ਹੁਣ ਜ਼ਿੰਮੇਵਾਰੀ ਕਾਰਜਕਾਰੀ ਵੀਸੀ ਦੀ ਮਿਲੀ ਹੈ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ। ਹੋਊਗੀ ਵੀ ਸਾਰੀਆਂ ਕਮੀਆਂ ਜਲਦੀ ਦੂਰ ਹੋ ਜਾਣ। ਕਾਫੀ ਚੁਣੌਤੀਆਂ ਹੋਣਗੀਆਂ, ਹਰ ਚੀਜ਼ ਚੁਣੌਤੀਆਂ ਭਰੀਆਂ ਹੀ ਹੈ ਤੇ ਚੁਣੌਤੀਆਂ ਨੂੰ ਲੜਨ ਲਈ ਹੀ ਅਸੀਂ ਆਏ ਹਾਂ। ਪਬਲਿਕ ਕਾਫੀ ਖਫਾ ਸੀ ਕਈ ਗੱਲਾਂ ਤੋਂ। ਪਬਲਿਕ ਨੂੰ ਤੇ ਕਰਮਚਾਰੀਆਂ ਨੂੰ ਕਿਸ ਤਰੀਕੇ ਨਾਲ ਆਸ਼ਵਾਸਨ ਦੇਣਾ, ਭਰੋਸਾ ਕਿਸ ਤਰੀਕੇ ਨਾਲ? ਪਹਿਲਾਂ ਉਹਨਾਂ ਦੀ ਗੱਲਬਾਤ ਸੁਣ ਕੇ ਹੀ ਕੀ ਉਹਨਾਂ ਨੂੰ ਕਿਉਂ ਖਫਾ ਉਹ ਪਤਾ ਹੋਣਾ ਚਾਹੀਦਾ, ਤਾਂ ਹੀ ਉਹਦਾ ਹੱਲ ਲੱਭਿਆ ਜਾਊਗਾ। ਸੋ ਮੈਨੂੰ ਆਸ਼ਾ ਹੈ ਕਿ ਉਹਨਾਂ ਦਾ ਹੱਲ ਜ਼ਰੂਰ ਲੱਭ ਲਿਆ ਜਾਊਗਾ। ਤੇ ਫਿਲਹਾਲ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ।